ਭਾਰਤ ਦੇ ਵਿੱਚ ਜਲਦ ਬੱਚਿਆਂ ਤੇ ਸ਼ੁਰੂ ਹੋ ਸਕਦਾ ਹੈ ਵੈਕਸੀਨ ਦਾ ਟ੍ਰਾਇਲ। 2 ਤੋਂ 18 ਸਾਲ ਦੇ ਬੱਚਿਆਂ ਤੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਦਾ ਹੋਵੇਗਾ ਟ੍ਰਾਇਲ। ਮਾਹਰਾਂ ਦੀ ਕਮੇਟੀ ਨੇ ਦੂਜੇ ਅਤੇ ਤੀਜੇ ਫੇਜ਼ ਦੇ ਟ੍ਰਾਇਲ ਦੀ ਕੀਤੀ ਹੈ ਸਿਫਾਰਿਸ਼। ਵੈਕਸੀਨੇਸ਼ਨ ਦੇ ਸੰਕਟ ਦੇ ਵਿਚਾਲੇ ਕੇਂਦਰ ਸਰਕਾਰ ਦੀ ਸੂਬਿਆਂ ਨੂੰ ਹਦਾਇਤ, ਪਹਿਲੀ ਡੋਜ਼ ਦੀ ਥਾਂ ਦੂਜੀ ਡੋਜ਼ ਲਗਵਾਉਣ ਵਾਲਿਆਂ ਨੂੰ ਦਿੱਤੀ ਜਾਵੇ ਪਹਿਲ। ਵੈਕਸੀਨ ਦਾ 70% ਸਟਾਕ ਦੂਜੀ ਡੋਜ਼ ਦੇ ਲਈ ਰੱਖਿਆ ਜਾਵੇ ਰਿਜ਼ਰਵ। ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਦੇ ਲਈ ਹੁਣ RT-PCR ਦੀ ਨੈਗੇਟਿਵ ਰਿਪੋਰਟ ਨਹੀਂ ਹੋਵੇਗੀ ਜ਼ਰੂਰੀ। ਕੇਂਦਰ ਨੇ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ। ਕਈ ਸੂਬਿਆਂ ਨੇ ਐਂਟਰੀ ਦੇ ਲਈ RT-PCR ਟੈਸਟ ਕੀਤਾ ਹੈ ਲਾਜ਼ਮੀ। ਪੰਜਾਬ ਦੇ ਵਿੱਚ ਨਹੀਂ ਘਟ ਰਿਹਾ ਕਰੋਨਾ ਦਾ ਕਾਤਲਾਨਾ ਕਹਿਰ। ਪਹਿਲੀ ਵਾਰ 24 ਘੰਟਿਆਂ ਦੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ। ਲੁਧਿਆਣਾ ਤੇ ਬਠਿੰਡਾ ਦੇ ਵਿੱਚ ਗਈਆਂ ਸਭ ਤੋਂ ਵੱਧ ਜਾਨਾਂ। 8600 ਤੋਂ ਜ਼ਿਆਦਾ ਨਵੇਂ ਕੇਸ। ਹਰਿਆਣਾ ਦੇ ਵਿੱਚ ਲਾਕਡਾਊਨ ਦਾ ਨਜ਼ਰ ਆ ਰਿਹਾ ਅਸਰ। ਕਰੋਨਾ ਦੇ ਨਵੇਂ ਮਾਮਲਿਆਂ 'ਚ ਦੇਖੀ ਜਾ ਰਹੀ ਗਿਰਾਵਟ। ਇੱਕ ਹਫ਼ਤੇ 'ਚ 16000 ਤੋਂ ਘਟ ਕੇ 11000 ਦੇ ਕਰੀਬ ਪਹੁੰਚੇ ਮਾਮਲੇ। ਪਰ ਹਿਮਾਚਲ 'ਚ ਟੈਂਸ਼ਨ ਬਰਕਰਾਰ, ਨਹੀਂ ਰੁਕ ਰਹੀ ਕਰੋਨਾ ਦੀ ਰਫ਼ਤਾਰ। ਹੜਤਾਲ ਤੇ ਗਏ NHM ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਇੱਕ ਹੋਰ ਮੌਕਾ। ਕੱਲ ਸ਼ਾਮ 5 ਵਜੇ ਤੱਕ ਵਾਪਸ ਆਏ ਮੁਲਾਜ਼ਮਾਂ ਦੀ ਮੁੜ ਕਰਵਾਈ ਬਹਾਲੀ। ਅੱਜ ਸਟ੍ਰਾਈਕ ਕਰਨ ਵਾਲਿਆਂ ਦੀ ਜਾਵੇਗੀ ਨੌਕਰੀ। ਕਾਂਗਰਸ ਦੇ ਕਾਟੋ ਕਲੇਸ਼ ਦੇ ਵਿਚਾਲੇ ਟਲੀ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ। ਹੁਣ ਕੱਲ ਹੋਵੇਗੀ ਵਜ਼ਾਰਤ ਦੀ ਬੈਠਕ। ਕਈ ਮੰਤਰੀ ਚੱਲ ਰਹੇ ਨੇ ਕੈਪਟਨ ਤੋਂ ਨਾਰਾਜ਼। ਅੰਦੋਲਨ ਨੂੰ ਮੁੜ ਪੈਰਾਂ ਸਿਰ ਕਰਨ ਦੇ ਵਿੱਚ ਜੁਟੇ ਕਿਸਾਨ। ਅੱਜ ਵੀ ਕਿਸਾਨਾਂ ਦੇ ਵੱਡੇ ਕਾਫਲੇ। ਇਜ਼ਰਾਈਲ ਤੇ ਫਿਲਿਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਦਾ ਸਭ ਤੋਂ ਵੱਡਾ ਹਮਲਾ। ਰਿਹਾਇਸ਼ੀ ਇਲਾਕਿਆਂ 'ਚ ਦਾਗੇ 100 ਤੋਂ ਜ਼ਿਆਦਾ ਰੌਕੇਟ। ਭਾਰਤੀ ਮਹਿਲਾ ਸਣੇ 3 ਲੋਕਾਂ ਦੀ ਮੌਤ ਦੀ ਖਬਰ। ਉੱਤਰਾਖੰਡ ਤੇ ਫਿਰ ਵਾਪਰਿਆ ਕੁਦਰਤ ਦਾ ਕਹਿਰ। ਦੇਵਪ੍ਰਯਾਗ ਦੇ ਵਿੱਚ ਬੱਦਲ ਫਟਣ ਦੇ ਨਾਲ ਡਿੱਗੀਆਂ ਕਈ ਇਮਾਰਤਾਂ। ਕੈਮਰੇ 'ਚ ਕੈਦ ਹੋਇਆ ਖੌਫਨਾਕ ਮੰਜ਼ਰ। ਫਿਲਹਾਲ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਸੰਗਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਤ ਨੂੰ ਦਿੱਤੀ ਮੁਬਾਰਕਬਾਦ। ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਇੱਕ ਚੰਗੀ ਖਬਰ ਦੇ ਨਾਲ। ਚੰਗੀ ਖਬਰ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਹੈ। ਹੁਣ ਤੱਕ ਦੇਸ਼ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੈਕਸੀਨ ਹੋ ਰਹੀ ਹੈ, ਵੈਕਸੀਨੇਸ਼ਨ ਹੋ ਰਹੀ ਹੈ। ਤੇ ਹੁਣ ਇਸ ਸਮੇਂ ਜਾਣਕਾਰੀ ਹੈ ਕਿ 2 ਤੋਂ 18 ਸਾਲ ਤੱਕ ਦੇ ਜਿਹੜੇ ਬੱਚੇ ਤੇ ਨੌਜਵਾਨ ਨੇ ਉਹਨਾਂ ਦੀ ਵੀ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਉਸ ਦੇ ਲਈ ਟ੍ਰਾਇਲ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਹੜੀ ਭਾਰਤ ਬਾਇਓਟੈਕ ਦੀ ਕੋਵੈਕਸਿਨ ਇਸ ਸਮੇਂ ਦੇਸ਼ ਦੇ ਵਿੱਚ ਲਗਾਈ ਜਾ ਰਹੀ ਹੈ ਉਸ ਦੇ ਟ੍ਰਾਇਲ ਦੀ ਸਿਫਾਰਿਸ਼ ਕੀਤੀ ਗਈ ਹੈ ਮਾਹਰਾਂ ਦੇ ਵੱਲੋਂ। ਤੇ ਕਿਹਾ ਗਿਆ ਕਿ ਬੱਚਿਆਂ ਦੇ ਉੱਤੇ ਵੀ ਟ੍ਰਾਇਲ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਵੀ ਸੁਰੱਖਿਅਤ ਕੀਤਾ ਜਾਵੇ। ਬੱਚਿਆਂ ਤੇ ਵੈਕਸੀਨ ਦੇ ਟ੍ਰਾਇਲ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਭਾਰਤ ਦੇ ਵਿੱਚ ਹੁਣ ਬੱਚਿਆਂ ਦੀ ਵੈਕਸੀਨੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਹਾ ਮਾਹਰ ਕਮੇਟੀ ਦੇ ਵੱਲੋਂ ਕੋਵੈਕਸਿਨ ਦੇ ਟ੍ਰਾਇਲ ਦੀ ਸਿਫਾਰਿਸ਼ ਦਿੱਤੀ ਗਈ ਹੈ। 2 ਤੋਂ 18 ਸਾਲ ਦੇ ਬੱਚਿਆਂ ਦੇ ਉੱਤੇ ਵੈਕਸੀਨੇਸ਼ਨ ਦਾ ਟ੍ਰਾਇਲ ਹੋਵੇਗਾ। ਦੂਜੇ ਤੇ ਤੀਜੇ ਫੇਜ਼ ਦੇ ਟ੍ਰਾਇਲ ਦੀ ਕੀਤੀ ਗਈ ਹੈ ਸਿਫਾਰਿਸ਼। ਬਹੁਤ ਅਹਿਮ ਹੈ ਕਿਉਂਕਿ ਇਹ ਲਗਾਤਾਰ ਕਿਹਾ ਜਾ ਰਿਹਾ ਕਿ ਸੈਕੰਡ ਵੇਵ ਨੇ ਕਿੰਨਾ ਕਹਿਰ ਮਚਾਇਆ ਹੈ। ਅਸੀਂ ਵੇਖਿਆ ਹੈ ਨੌਜਵਾਨਾਂ ਦੇ ਉੱਤੇ ਕਿਸ ਤਰੀਕੇ ਨਾਲ ਕਹਿਰ ਆਇਆ ਹੈ। ਦੂਜੀ ਵੇਵ ਨੇ ਮੌਜੂਦਾ ਸਮੇਂ ਦੇ ਵਿੱਚ ਸਭ ਸਾਡੇ ਸਾਹਮਣੇ ਹੈ। ਤੇ ਇਸ ਵਿਚਾਲੇ ਵੀ ਕਿਹਾ ਜਾ ਰਿਹਾ ਕਿ ਜਦੋਂ ਥਰਡ ਵੇਵ ਆਏਗੀ ਤੇ ਕਿਹਾ ਜਾ ਰਿਹਾ ਕਿ ਸਤੰਬਰ, ਅਕਤੂਬਰ, ਨਵੰਬਰ ਦੇ ਵਿੱਚ ਜਾ ਕੇ ਥਰਡ ਵੇਵ ਦਾ ਵੀ ਸਾਹਮਣਾ ਦੇਸ਼ ਨੂੰ ਕਰਨਾ ਪੈ ਸਕਦਾ ਹੈ। ਤਾਂ ਉਸ ਵਿਚਾਲੇ ਜਿਹੜੇ ਬੱਚੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਥਰਡ ਵੇਵ ਤੋਂ। ਇਸ ਕਰਕੇ ਵੈਕਸੀਨ ਦੇ ਥਰਡ ਫੇਜ਼ ਦਾ ਟ੍ਰਾਇਲ ਜਾਂ ਕਹੀਏ ਕਿ ਥਰਡ ਵੇਵ ਤੋਂ ਪਹਿਲਾਂ ਬੱਚਿਆਂ ਦੇ ਲਈ ਟ੍ਰਾਇਲ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ। ਤੇ ਉਮੀਦ ਕਰਾਂਗੇ ਕਿ ਜਲਦ ਇਹ ਵੀ ਟ੍ਰਾਇਲਸ ਦੇ ਵਿੱਚੋਂ ਨਿਕਲ ਕੇ ਬੱਚਿਆਂ ਨੂੰ ਵੀ ਵੈਕਸੀਨ ਲਗਾਈ ਜਾਵੇ ਤਾਂ ਕਿ ਉਹਨਾਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕੇ ਕਰੋਨਾ ਦੀ ਇਸ ਮਹਾਮਾਰੀ ਤੋਂ। ਉਦੋਂ ਵੈਕਸੀਨੇਸ਼ਨ ਦੀ ਬਰਬਾਦੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਸ ਬਰਬਾਦੀ ਦੀਆਂ ਖਬਰਾਂ ਦੇ ਵਿਚਾਲੇ ਕੇਂਦਰ ਦੀ ਸਰਕਾਰ ਦੇ ਵੱਲੋਂ ਸਿਹਤ ਮੰਤਰਾਲੇ ਦੇ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ। ਖਾਸ ਤੌਰ ਤੇ ਵੈਕਸੀਨੇਸ਼ਨ ਦੇ ਸੈਕੰਡ ਫੇਜ਼ ਨੂੰ ਲੈ ਕੇ, ਦੂਜੀ ਡੋਜ਼ ਨੂੰ ਲੈ ਕੇ।
ਤੇ ਆਦੇਸ਼ ਦਿੱਤੇ ਗਏ ਨੇ ਕਿ ਦੂਜੀ ਡੋਜ਼ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇ। ਜਿਨ੍ਹਾਂ ਦੀ ਫਰਸਟ ਡੋਜ਼ ਹੋ ਚੁੱਕੀ ਹੈ ਉਹਨਾਂ ਨੂੰ ਸੈਕੰਡ ਡੋਜ਼ ਦਿੱਤੀ ਜਾਵੇ, ਉਹਨਾਂ ਦੀ ਸੈਕੰਡ ਡੋਜ਼ ਦੇ ਵਿੱਚ ਦੇਰ ਨਾ ਹੋਵੇ। ਦੂਜੀ ਡੋਜ਼ ਲਗਵਾਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇ, ਪਹਿਲ ਦਿੱਤੀ ਜਾਵੇ। ਸਰਕਾਰ ਨੇ ਵੈਕਸੀਨ ਰਿਜ਼ਰਵ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੂਜੀ ਡੋਜ਼ ਦੇ ਲਈ 70% ਵੈਕਸੀਨ ਰਿਜ਼ਰਵ ਰੱਖੀ ਜਾਵੇ। ਇੱਕ ਵਾਰੀ ਫਰਸਟ ਡੋਜ਼ ਲੱਗਣ ਤੋਂ ਬਾਅਦ ਸੈਕੰਡ ਡੋਜ਼ ਦੇ ਵਿੱਚ ਇੱਕ ਵਕਫਾ ਹੁੰਦਾ ਹੈ ਕਿ ਜਿਵੇਂ ਤੁਸੀਂ ਇੱਕ ਦਿਨ ਪਹਿਲਾਂ ਲਗਵਾਈ, ਜਿਵੇਂ ਅੱਜ ਲਗਵਾਈ ਤੁਸੀਂ ਡੋਜ਼, ਤਾਂ ਫਿਰ 28 ਤੋਂ 42 ਦਿਨ ਦੇ ਵਿਚਾਲੇ ਕੋਵੈਕਸੀਨ ਲਗਵਾਉਣੀ ਹੋਏਗੀ, ਯਾਨੀ ਕਰੀਬ ਮਹੀਨੇ ਬਾਅਦ। ਤੇ ਦੂਜੇ ਪਾਸੇ 4 ਤੋਂ 6 ਹਫ਼ਤਿਆਂ ਬਾਅਦ ਕੋਵਿਸ਼ੀਲਡ ਲਗਵਾਈ ਜਾਂਦੀ ਹੈ। ਤੇ ਹੁਣ ਕੇਂਦਰ ਦੀ ਸਰਕਾਰ ਸਿਹਤ ਮੰਤਰਾਲੇ ਦੇ ਵੱਲੋਂ ਇਹ ਕਿਹਾ ਗਿਆ ਹੈ, ਸਾਰੇ ਸੂਬਿਆਂ ਨੂੰ ਹੁਕਮ ਦਿੱਤੇ ਗਏ ਨੇ ਕਿ ਤੁਸੀਂ ਸੈਕੰਡ ਡੋਜ਼ ਵਾਲਿਆਂ ਨੂੰ ਤਰਜੀਹ ਦਿਵੋ। ਇਹ ਜ਼ਰੂਰੀ ਬਣਾਓ ਕਿ ਸੈਕੰਡ ਡੋਜ਼ ਜਿਨ੍ਹਾਂ ਦੇ ਲੱਗਣੀ ਹੈ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ, ਉਹ ਲੇਟ ਨਾ ਹੋ। ਤੇ ਸਭ ਦੇ ਵਿਚਾਲੇ ਜੋ ਅਸੀਂ ਜ਼ਿਕਰ ਕੀਤਾ ਸੀ ਕਿ ਕਰੋਨਾ ਦੇ ਰੋਕੂ ਟੀਕੇ ਦੀ ਵੈਕਸੀਨ ਜੋ ਹੈਗੀ ਆ ਉਸ ਦੀ ਬਰਬਾਦੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਉਹ ਵੀ ਕੁਝ ਅੰਕੜੇ ਜਾਰੀ ਕੀਤੇ ਗਏ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ। ਤੇ ਤੁਹਾਨੂੰ ਦੱਸ ਦਈਏ ਕਿ ਗੁਆਂਢੀ ਸੂਬਾ ਹਰਿਆਣਾ 1 ਨੰਬਰ ਦੇ ਉੱਤੇ ਹੈ ਪੂਰੇ ਦੇਸ਼ ਦੇ ਵਿੱਚ ਕਰੋਨਾ ਵੈਕਸੀਨ ਦੀ ਬਰਬਾਦੀ ਨੂੰ ਲੈ ਕੇ। ਦੂਜੇ ਤੇ ਆਸਾਮ, ਤੀਜੇ ਦੇ ਉੱਤੇ ਰਾਜਸਥਾਨ, ਯਾਨੀ ਕਿ 2 ਸੂਬੇ ਤਾਂ ਉਹ ਨੇ ਜੋ ਪੰਜਾਬ ਦੇ ਗੁਆਂਢੀ ਨੇ। ਖੈਰ, ਵੈਕਸੀਨ ਦੇ ਸੰਕਟ ਦੇ ਵਿਚਾਲੇ ਵੈਕਸੀਨ ਦੀ ਬਰਬਾਦੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਸਿਹਤ ਮੰਤਰਾਲੇ ਨੇ ਬਰਬਾਦੀ ਦੇ ਅੰਕੜੇ ਜਾਰੀ ਕੀਤੇ ਨੇ ਕਿ ਵੈਕਸੀਨ ਕਿਹੜੇ ਸੂਬੇ 'ਚ ਕਿੰਨੀ ਬਰਬਾਦ ਹੋਈ ਹੈ। ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਵੈਕਸੀਨ ਬਰਬਾਦ ਹੋਈ ਹੈ। ਹਰਿਆਣਾ ਦੇ ਵਿੱਚ 6.49% ਵੈਕਸੀਨ ਦੀ ਬਰਬਾਦੀ ਦੀ ਖਬਰ ਹੈ। ਦੂਜੇ ਨੰਬਰ ਦੇ ਉੱਤੇ ਅਸਮ ਹੈ, ਤੀਜੇ ਨੰਬਰ ਦੇ ਉੱਤੇ ਰਾਜਸਥਾਨ ਹੈ। ਅਸਮ ਦੇ ਵਿੱਚ ਕਰੀਬ 6%, ਰਾਜਸਥਾਨ ਦੇ ਵਿੱਚ 5.68% ਵੈਕਸੀਨ ਬਰਬਾਦ ਹੋਈ ਹੈ। ਤਾਂ ਇੱਕ ਪਾਸੇ ਦੇਸ਼ ਦੇ ਵਿੱਚ ਵੈਕਸੀਨ ਦੀ ਸ਼ਾਰਟੇਜ ਹੈ, ਬਹੁਤ ਸਾਰੀਆਂ ਥਾਵਾਂ ਦੇ ਉੱਤੇ 18+ ਲੋਕਾਂ ਨੂੰ ਨਹੀਂ ਲੱਗ ਪਾ ਰਹੀ ਕਿਉਂਕਿ ਵੈਕਸੀਨ ਦੀ ਅਜੇ ਘਾਟ ਹੈ ਜਿਸ ਤਰੀਕੇ ਨਾਲ ਪ੍ਰੋਡਕਸ਼ਨ ਹੋਈ। ਤੇ ਦੂਜੇ ਪਾਸੇ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਬਰਬਾਦੀ ਹੋ ਰਹੀ ਹੈ, ਯਾਨੀ ਕਿ ਵੈਕਸੀਨ ਦੀ ਬਰਬਾਦੀ ਨੂੰ ਰੋਕਣ ਦੇ ਲਈ ਸੂਬਾ ਸਰਕਾਰਾਂ ਨੂੰ ਗੰਭੀਰ ਕਦਮ ਜ਼ਰੂਰ ਚੁੱਕਣੇ ਹੋਣਗੇ। ਤਾਂ ਇਹ ਵੀ ਇੱਕ ਅੰਕੜਾ ਕਿ ਪੰਜਾਬ ਵੀ ਇਸ ਲਿਸਟ ਦੇ ਵਿੱਚ ਦੂਜੇ ਤੀਜੇ ਨੰਬਰ ਦੇ ਉੱਤੇ ਸੀ, ਪਰ ਉਸ ਲਿਸਟ ਦੇ ਵਿੱਚੋਂ ਪੰਜਾਬ ਹੁਣ ਬਾਹਰ ਆਇਆ। ਤਾਂ ਵੈਕਸੀਨੇਸ਼ਨ ਡਰਾਈਵ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ 'ਚ ਹੋਰ ਸੂਬਿਆਂ ਨਾਲੋਂ ਬਿਹਤਰ ਚੱਲ ਰਹੀ ਹੈ। ਹੁਣ ਗੱਲ ਐਂਟਰੀ ਦੀ, ਜੋ ਸੂਬਿਆਂ ਦੇ ਵਿੱਚ ਐਂਟਰੀ ਹੁੰਦੀ ਹੈ ਉਸ ਨੂੰ ਲੈ ਕੇ ਵੀ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ। ਤੇ ਸਾਫ਼ ਕੀਤਾ ਗਿਆ ਕਿ ਐਂਟਰੀ RT-PCR ਦੇ ਨਾਲ ਨਾ ਹੋਵੇ, ਯਾਨੀ ਕਿ ਪਹਿਲਾਂ ਸੀ ਕਿ RT-PCR ਟੈਸਟ ਤੁਹਾਨੂੰ ਕਰਵਾਉਣਾ ਹੋਏਗਾ ਜੇਕਰ ਤੁਸੀਂ ਇੱਕ ਸੂਬੇ ਚੋਂ ਦੂਜੇ ਸੂਬੇ ਦੇ ਉੱਤੇ ਜਾਣਾ ਹੈ। ਬਹੁਤ ਸਾਰੇ ਸੂਬਿਆਂ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਤੇ ਹੁਣ ਉਸ ਨੂੰ ਲੈ ਕੇ ਨਿਰਦੇਸ਼ ਦਿੱਤੇ ਗਏ ਨੇ ਕਿ ਜੀ ਨਹੀਂ, ਇਸ ਦੀ ਜ਼ਰੂਰਤ ਨਹੀਂ ਹੋਵੇਗੀ। ਆਵਾਜਾਈ ਦੇ ਲਈ ਹੁਣ RT-PCR ਦੀ ਜ਼ਰੂਰਤ ਨਹੀਂ ਹੈ। ਕੇਂਦਰ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਦੇ ਲਈ RT-PCR ਜ਼ਰੂਰੀ ਨਹੀਂ ਹੈ। ਕਈ ਸੂਬੇ ਨੇ ਐਂਟਰੀ ਦੇ ਲਈ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਸੀ। ਪੰਜਾਬ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਹਿਮਾਚਲ ਪ੍ਰਦੇਸ਼ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਚੰਡੀਗੜ੍ਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਟੇਟ ਦੇ ਵਿੱਚ ਐਂਟਰੀ ਤੋਂ ਪਹਿਲਾਂ RT-PCR ਟੈਸਟ ਲਾਜ਼ਮੀ ਕਰ ਦਿੱਤਾ ਸੀ। ਖੈਰ, ਸੂਬਾ ਸਰਕਾਰਾਂ ਹੁਣ ਦਿੱਤਾ ਗਿਆ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ। ਹੁਣ ਗੱਲ ਕਰਦੇ ਹਾਂ ਅੰਕੜਿਆਂ ਦੀ। ਪੰਜਾਬ ਦੇ ਵਿੱਚ ਜਿਹੜੇ ਅੰਕੜੇ ਕੋਰੋਨਾ ਦੇ ਨਵੇਂ ਸਾਹਮਣੇ ਆਏ ਨੇ, ਨਵੇਂ ਕੇਸਿਸ ਦੇ ਸਾਹਮਣੇ ਆਏ ਨੇ ਪਿਛਲੇ 24 ਘੰਟਿਆਂ ਦੇ ਵਿੱਚ ਕੇਸਿਸ ਲਗਾਤਾਰ ਸਾਹਮਣੇ ਆ ਰਹੇ ਨੇ। ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ 'ਚ ਪਿਛਲੇ 24 ਘੰਟਿਆਂ ਦੇ ਵਿੱਚ 217 ਲੋਕਾਂ ਦੀ ਮੌਤ ਹੋਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਪੰਜਾਬ ਦੇ ਵਿੱਚ ਮੌਤਾਂ ਦਾ, ਜੋ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ। ਪੂਰੇ ਪੰਜਾਬ ਦੇ ਅੰਕੜੇ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ 8600 ਤੋਂ ਜ਼ਿਆਦਾ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਇਸ ਸਮੇਂ ਲੁਧਿਆਣਾ ਤੇ ਬਠਿੰਡਾ ਮੌਤਾਂ ਦੇ ਅੰਕੜਿਆਂ ਦੇ ਵਿੱਚ ਸਭ ਤੋਂ ਅੱਗੇ ਹੈ। ਬਹੁਤ ਚਿੰਤਾ ਵਾਲੀ ਗੱਲ ਹੈ, ਲੁਧਿਆਣਾ ਦੇ ਵਿੱਚ ਤਾਂ 24 ਘੰਟਿਆਂ 'ਚ 30 ਲੋਕਾਂ ਦੀ ਮੌਤ ਹੋ ਗਈ, ਬਠਿੰਡਾ ਦੇ ਵਿੱਚ 27 ਲੋਕਾਂ ਦੀ ਮੌਤ ਹੋ ਗਈ, ਯਾਨੀ ਕਿ ਲੁਧਿਆਣਾ 'ਚ ਹਰ 1 ਘੰਟੇ ਦੇ ਵਿੱਚ ਇੱਕ ਤੋਂ ਜ਼ਿਆਦਾ ਸ਼ਖਸ ਦੀ ਮੌਤ ਹੋ ਰਹੀ ਹੈ ਕੋਰੋਨਾ ਦੀ ਵਜ੍ਹਾ ਦੇ ਨਾਲ। ਉੱਥੇ ਇੱਕ ਦਿਨ ਦੇ ਵਿੱਚ 8600 ਤੋਂ ਵੱਧ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ। ਸੂਬੇ 'ਚ ਇਸ ਵੇਲੇ 76000 ਤੋਂ ਵੱਧ ਐਕਟਿਵ ਕੇਸ ਸਾਹਮਣੇ ਆਏ ਨੇ। ਪੰਜਾਬ ਦੇ ਵਿੱਚ 9652 ਮਰੀਜ਼ ਆਕਸੀਜਨ ਸਪੋਰਟ ਦੇ ਉੱਤੇ ਨੇ। ਤਾਂ ਕੇਸਿਸ ਦੀ ਗਿਣਤੀ ਜੋ ਚਿੰਤਾ ਨੂੰ ਵਧਾਉਣ ਵਾਲੀ ਹੈ। ਪੰਜਾਬ ਦੇ ਅੰਕੜੇ ਗ੍ਰਾਫਿਕਸ ਦੇ ਜ਼ਰੀਏ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜੋ ਅਸੀਂ ਜ਼ਿਕਰ ਕਰ ਰਹੇ ਹਾਂ, 8600 ਤੋਂ ਜ਼ਿਆਦਾ ਨਵੇਂ ਕੇਸ, 9652 ਮਰੀਜ਼ ਕੋਰੋਨਾ ਦੇ ਠੀਕ ਹੋਏ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ 217 ਲੋਕਾਂ ਦੀ ਮੌਤ 24 ਘੰਟਿਆਂ ਦੇ ਵਿੱਚ ਕੋਰੋਨਾ ਦੀ ਵਜ੍ਹਾ ਨਾਲ ਪੰਜਾਬ ਦੇ ਵਿੱਚ ਹੋਈ ਹੈ। ਤੇ ਹੁਣ ਤੁਹਾਨੂੰ ਮੌਤਾਂ ਦਾ ਅੰਕੜਾ ਦਿਖਾਣੇ ਪੰਜਾਬ ਦੇ ਵਿੱਚ ਜਿਹੜਾ ਚਿੰਤਾ ਨੂੰ ਵਧਾਉਣ ਵਾਲਾ ਹੈ। ਪਿਛਲੇ 5 ਦਿਨਾਂ ਦਾ ਅੰਕੜਾ ਦਿਖਾਵਾਂਗੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ 217 ਦਾ ਅੰਕੜਾ ਵੱਡਾ ਹੁਣ ਤੱਕ ਦਾ।
7 ਮਈ ਤੋਂ ਲੈ ਕੇ 11 ਮਈ ਤੱਕ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਦਲੇ ਨੇ, ਕੇਸਿਸ ਵੀ ਤੁਹਾਨੂੰ ਦਿਖਾਵਾਂਗੇ। ਪਰ ਪਹਿਲਾਂ ਨਜ਼ਰ ਜਿਹੜੇ ਮੌਤਾਂ ਦੇ ਅੰਕੜੇ ਨੇ ਉਹਨਾਂ ਦੇ ਉੱਤੇ। 7 ਮਈ ਨੂੰ 165 ਲੋਕਾਂ ਦੀ ਮੌਤ ਹੋਈ ਸੀ, ਉਸ ਤੋਂ ਬਾਅਦ ਵੱਧਦਾ ਜਾ ਰਿਹਾ ਗ੍ਰਾਫ। 8 ਮਈ ਨੂੰ 171 ਲੋਕਾਂ ਦੀ ਮੌਤ, 9 ਮਈ ਨੂੰ 191 ਲੋਕਾਂ ਦੀ ਮੌਤ, 10 ਮਈ ਨੂੰ 198 ਲੋਕਾਂ ਦੀ ਮੌਤ, 11 ਮਈ ਨੂੰ 217 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਤਾਂ ਇਹ ਮੌਤਾਂ ਦਾ ਅੰਕੜਾ ਹੈ ਜੋ 24 ਘੰਟਿਆਂ ਦੇ ਵਿੱਚ ਸਾਹਮਣੇ ਆਉਂਦਾ ਹੈ। ਇੱਕ ਦਿਨ ਦਾ ਅਸੀਂ ਤੁਹਾਨੂੰ ਪਿਛਲੇ 5 ਦਿਨਾਂ ਦਾ ਦੱਸਿਆ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਹੁਣ ਨਵੇਂ ਕੇਸਿਸ ਦੀ। ਨਵੇਂ ਮਰੀਜ਼ਾਂ ਦਾ ਅੰਕੜਾ ਪੰਜਾਬ ਦੇ ਵਿੱਚ 8000 9000 ਦੇ ਵਿਚਾਲੇ ਬਣਿਆ ਹੋਇਆ ਹੈ। ਖਾਸ ਇਹ ਹੈ ਕਿ 8 ਮਈ ਦੇ ਦਿਨ ਸਭ ਤੋਂ ਜ਼ਿਆਦਾ ਕੇਸ ਰਿਪੋਰਟ ਕੀਤੇ ਗਏ ਸੀ, 9100 9000 ਕ੍ਰਾਸ ਕਰ ਗਿਆ ਸੀ, ਸਭ ਤੋਂ ਵੱਡਾ ਅੰਕੜਾ ਸੀ। ਪਰ ਉਸ ਤੋਂ ਬਾਅਦ 9000 ਤੋਂ ਹੇਠਾਂ ਹੀ ਇਹ ਅੰਕੜਾ ਰਿਹਾ ਹੈ। 7 ਮਈ ਨੂੰ 8367 ਕੇਸ ਸੀ, 8 ਮਈ ਨੂੰ 9100 ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ, 9 ਮਈ ਨੂੰ 8531, 10 ਮਈ ਨੂੰ 8625, 11 ਮਈ ਨੂੰ 8668 ਇਹ ਕੇਸਿਸ ਰਿਪੋਰਟ ਕੀਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ। ਗੁਆਂਢੀ ਸੂਬੇ ਦਾ ਵੀ ਹਾਲ ਤੁਹਾਨੂੰ ਦਿਖਾ ਦਿੰਦੇ ਹਾਂ। ਹਰਿਆਣਾ, ਹਿਮਾਚਲ, ਚੰਡੀਗੜ੍ਹ ਸਭ ਦਾ ਦੱਸਾਂਗੇ। ਸ਼ੁਰੂਆਤ ਹਰਿਆਣਾ ਤੋਂ। ਹਰਿਆਣਾ ਦਾ ਅਸੀਂ ਜ਼ਿਕਰ ਕਰੀਏ, 11000 ਦੇ ਕਰੀਬ ਨਵੇਂ ਕੇਸ ਨੇ, 11637 ਹਰਿਆਣਾ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ। 15728 ਲੋਕਾਂ ਨੇ ਕਰੋਨਾ ਨੂੰ ਮਾਤ ਵੀ ਦਿੱਤੀ ਹੈ। ਇਹ ਹਰਿਆਣਾ ਦਾ ਅੰਕੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਇਹ ਵੀ ਤੁਹਾਨੂੰ ਦੱਸ ਦਈਏ ਕਿ 144 ਮਰੀਜ਼ਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹਰਿਆਣਾ ਦੇ ਵਿੱਚ ਹੋਈ ਹੈ। ਤੇ ਜੇ ਹਰਿਆਣਾ ਦੇ ਅੰਕੜਿਆਂ ਨੂੰ ਅਸੀਂ ਦੇਖੀਏ ਤਾਂ 15000 ਦੇ ਨੇੜੇ ਅੰਕੜੇ ਪਹੁੰਚ ਗਏ ਸੀ, ਤਾਂ ਨਵੇਂ ਕੇਸਿਸ ਘਟ ਕੇ 11637 ਤੱਕ ਆਏ ਨੇ। ਇਹ ਵੀ ਇੱਕ ਵੱਡੀ ਗੱਲ ਹੈ ਕਿ ਹਰਿਆਣਾ ਦੇ ਵਿੱਚ ਪਿਛਲੇ ਕਰੀਬ 8 ਤੋਂ 10 ਦਿਨਾਂ ਤੋਂ ਲਾਕਡਾਊਨ ਹੈਗਾ, ਤਾਂ ਲਾਕਡਾਊਨ ਦਾ ਅਸਰ ਤੁਸੀਂ ਲਾਜ਼ਮੀ ਤੌਰ ਦੇ ਉੱਤੇ ਕਹਿ ਸਕਦੇ ਹੋ। ਹਰਿਆਣਾ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਹਿਮਾਚਲ ਦਾ। ਹਿਮਾਚਲ ਦੇ ਵਿੱਚ ਵੀ ਸਖਤੀ ਹੈ, ਪਰ ਹਿਮਾਚਲ ਦੇ ਵਿੱਚ ਕਰੋਨਾ ਦੇ ਕੇਸਿਸ ਲਗਾਤਾਰ ਵੱਧ ਰਹੇ ਨੇ। ਤੇ ਕਰੋਨਾ ਦੇ ਕੇਸਿਸ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਜਿਹੜੇ ਸੂਬਿਆਂ ਦੇ ਵਿੱਚ ਇਸ ਸਮੇਂ ਜ਼ਿਆਦਾ ਸਪੀਡ ਨਾਲ ਵੱਧ ਰਹੇ ਨੇ, ਉਹਨਾਂ ਦੇ ਵਿੱਚ ਪੰਜਾਬ ਤੇ ਹਿਮਾਚਲ ਸ਼ਾਮਲ ਹੈ। ਨਵੇਂ ਕੇਸ ਹਿਮਾਚਲ ਦੇ ਵਿੱਚ ਇੱਕ ਦਿਨ ਦੇ ਵਿੱਚ 4977 ਰਿਪੋਰਟ ਕੀਤੇ ਗਏ ਨੇ, 3098 ਲੋਕ ਠੀਕ ਹੋਏ ਨੇ, 64 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਹਿਮਾਚਲ ਤੋਂ ਬਾਅਦ ਰੁਕ ਕਰ ਲੈਂਦੇ ਹਾਂ ਚੰਡੀਗੜ੍ਹ ਦਾ, ਰਾਜਧਾਨੀ ਪੰਜਾਬ ਹਰਿਆਣਾ ਦੀ। ਚੰਡੀਗੜ੍ਹ ਦੇ ਵਿੱਚ ਵੀ ਪਾਬੰਦੀਆਂ ਤਾਂ ਬਹੁਤ ਸਾਰੀਆਂ ਨੇ, 6 ਵਜੇ ਹੀ ਕਰਫਿਊ ਲੱਗ ਜਾਂਦਾ ਹੈ, ਪਰ ਕਰੋਨਾ ਦੇ ਕੇਸਿਸ ਲਗਾਤਾਰ ਸਾਹਮਣੇ ਆ ਰਹੇ ਨੇ। 787 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ, 805 ਲੋਕਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਅੰਕੜਾ ਥੋੜਾ ਜਿਹਾ ਰਾਹਤ ਵਾਲਾ ਕਿ ਨਵੇਂ ਕੇਸਿਸ ਤੋਂ ਜ਼ਿਆਦਾ ਠੀਕ ਹੋਣ ਵਾਲਿਆਂ ਦੀ ਗਿਣਤੀ ਹੈ। 10 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ NHM ਮੁਲਾਜ਼ਮਾਂ ਦੀ। ਜਿਹਾ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਭਰਤੀ ਕੀਤੇ ਗਏ ਮੁਲਾਜ਼ਮ ਜੋ ਹੜਤਾਲ ਦੇ ਉੱਤੇ ਚੱਲ ਰਹੇ ਸੀ, ਉਹਨਾਂ ਦੇ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਸੀ ਕਿ ਜਿਹੜੇ ਸੋਮਵਾਰ 5 ਵਜੇ 10 ਵਜੇ ਤੱਕ ਜੁਆਇਨ ਨਹੀਂ, ਜਿਨ੍ਹਾਂ ਨੇ ਕੀਤਾ ਹੜਤਾਲ ਵਾਪਸ ਨਹੀਂ ਲਈ, ਉਹ ਮੰਗਲਵਾਰ ਸ਼ਾਮ 5 ਵਜੇ ਤੱਕ ਵਾਪਸ ਆ ਜਾਣ, ਉਹਨਾਂ ਨੂੰ ਬਹਾਲ ਕਰ ਦੇਵਾਂਗੇ। ਤਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੱਲ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਵਾਪਸ ਆਏ ਮੁਲਾਜ਼ਮਾਂ ਨੂੰ ਮੁੜ ਜੁਆਇਨ ਕਰਵਾ ਦਿੱਤਾ ਗਿਆ। ਜੋ ਅੱਜ ਵੀ ਹੜਤਾਲ ਕਰੇਗਾ ਉਹ ਬਰਖਾਸਤ ਕਰ ਦਿੱਤਾ ਜਾਵੇਗਾ, ਸਰਕਾਰ ਦੇ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ। ਮਾਮਲਾ ਤੁਹਾਨੂੰ ਪੂਰਾ ਦੱਸ ਦਿਆਂ। NHM ਦੇ ਮੁਲਾਜ਼ਮ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਨੇ। ਸਰਕਾਰ ਨੇ ਪਹਿਲਾਂ ਚੇਤਾਵਨੀ ਦਿੱਤੀ ਤੇ ਉਸ ਤੋਂ ਬਾਅਦ ਐਤਵਾਰ ਨੂੰ ਇੱਕ ਹੁਕਮ ਜਾਰੀ ਕੀਤੇ ਗਏ ਕਿ ਸੋਮਵਾਰ ਸਵੇਰੇ 10 ਵਜੇ ਤੱਕ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਉਹ ਨੌਕਰੀ ਤੋਂ ਬਰਖਾਸਤ। ਬਹੁਤ ਸਾਰਿਆਂ ਨੇ ਜੁਆਇਨ ਕਰ ਲਿਆ, ਸਰਕਾਰ ਦਾ ਦਾਅਵਾ ਹੈ। ਬਹੁਤ ਸਾਰੇ ਨੇ ਨਹੀਂ ਕੀਤਾ, ਉਹਨਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਪਰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਗਿਆ ਕਿ ਜਿਹੜੇ ਹੁਣ ਵੀ ਜੁਆਇਨ ਕਰਨਾ ਚਾਹੁੰਦੇ ਨੇ ਆ ਜਾਣ। ਮੰਗਲਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਹੈ। ਤਾਂ ਉਸ ਤੋਂ ਬਾਅਦ ਜੋ ਅੱਜ ਵੀ ਹੜਤਾਲ ਦੇ ਉੱਤੇ ਨੇ ਉਹਨਾਂ ਦੀ ਬਰਖਾਸਤਗੀ ਹੋਵੇਗੀ। ਰੁਕ ਕਰਦੇ ਹਾਂ ਨਪਿੰਦਰ ਬਰਾੜ, ਸਾਡੇ ਸਹਿਯੋਗੀ ਬਿਊਰੋ ਚੀਫ ਨਿਊਜ਼ 18 ਪੰਜਾਬ ਦੇ, ਫੋਨ ਲਾਈਨ ਤੇ ਸਾਡੇ ਨਾਲ ਨੇ। ਨਪਿੰਦਰ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? NHM ਮੁਲਾਜ਼ਮਾਂ ਦਾ ਮੁੱਦਾ ਭਖਿਆ ਹੋਇਆ ਹੈ ਤੇ ਇਸ ਵਿਚਾਲੇ ਮੌਕਾ ਜ਼ਰੂਰ ਦਿੱਤਾ ਗਿਆ। ਕਿੰਨੇ ਕੁ ਮੁਲਾਜ਼ਮ ਹੁਣ ਬਾਕੀ ਰਹਿ ਗਏ ਨੇ ਹੜਤਾਲ ਦੇ ਉੱਤੇ, ਜਾਂ ਹੜਤਾਲ ਸਮਝਿਆ ਜਾਵੇ ਕਿ ਮੁਕੰਮਲ ਤੌਰ ਤੇ ਖਤਮ ਹੋ ਗਈ? ਅਗਰ ਦੇਖੋ, ਬਿਲਕੁਲ NHM ਮੁਲਾਜ਼ਮਾਂ ਨੂੰ ਕੱਲ ਮੌਕਾ ਦਿੱਤਾ ਗਿਆ, ਪਰ ਇਹ ਮੌਕਾ ਜਿਸ ਤਰ੍ਹਾਂ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ, ਮੌਕਾ ਬੜਾ ਜਲਦਬਾਜ਼ੀ ਦੇ ਵਿੱਚ ਦਿੱਤਾ ਗਿਆ। ਕਿਉਂਕਿ ਸਿਹਤ ਮੰਤਰੀ ਨੇ ਕੱਲ ਜਦੋਂ ਅਸੀਂ ਜਾ ਕੇ ਸਿਹਤ ਮੰਤਰੀ ਦੇ ਕੋਲੇ ਇਹ ਮੁੱਦਾ ਚੁੱਕਿਆ ਸੀ ਕਿ NHM ਮੁਲਾਜ਼ਮ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਦਾ ਕੀ ਹੋਏਗਾ, ਵੀ ਤੁਸੀਂ ਬੜੀ ਜਲਦਬਾਜ਼ੀ ਦੇ ਵਿੱਚ ਤੁਹਾਡੇ ਵਿਭਾਗ ਨੇ ਆਰਡਰ ਕੀਤੇ, ਬੜੀ ਜਲਦਬਾਜ਼ੀ ਦੇ ਵਿੱਚ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਔਰ ਜਲਦਬਾਜ਼ੀ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਨ ਦੇ ਲਈ ਕਹਿ ਦਿੱਤਾ ਗਿਆ। ਤਾਂ ਜੇ ਇਹਦੇ ਵਿੱਚ ਉਹਨਾਂ ਨੂੰ ਸਮਾਂ ਕਿਉਂ ਦਿੱਤਾ ਜਾ ਰਿਹਾ, ਕੀ ਮੌਕਾ ਦਿੱਤਾ ਜਾਏਗਾ? ਉਹਨਾਂ ਕਿਹਾ ਕਿ ਮੌਕਾ ਅਸੀਂ ਬਿਲਕੁਲ ਦੇ ਰਹੇ ਹਾਂ, ਦੇਣ ਤੇ ਵਿਚਾਰ ਕਰ ਰਹੇ ਹਾਂ, ਉਹ ਦਿਆਂਗੇ। ਔਰ ਮੌਕਾ ਦਿੱਤਾ ਗਿਆ ਤੇ ਮੌਕਾ ਕੀ ਮਿਲਿਆ? ਕੁਝ ਘੰਟਿਆਂ ਦਾ, ਸ਼ਾਮ 5 ਵਜੇ ਤੱਕ ਦਾ। ਯਾਨੀ ਬਹੁਤ ਜਲਦਬਾਜ਼ੀ ਦੇ ਵਿੱਚ ਮਹਿਕਮਾ ਨਜ਼ਰ ਆਇਆ, ਕਿਉਂਕਿ ਜਦੋਂ ਤੁਸੀਂ ਦੋਨੇ ਧਿਰਾਂ ਸਹਿਮਤੀ ਵਾਲੇ ਪਾਸੇ ਚੱਲ ਪਏ ਹੋ ਤਾਂ ਘੱਟੋ ਘੱਟ ਇੱਕ ਦਿਨ ਦਾ ਮੌਕਾ ਦਿੱਤਾ ਜਾ ਸਕਦਾ ਸੀ, ਹੋਰ ਦਿੱਤਾ ਜਾ ਸਕਦਾ ਸੀ, ਅੱਜ ਸ਼ਾਮ ਤੱਕ ਦਿੱਤਾ ਜਾ ਸਕਦਾ ਸੀ।
ਪਰ ਸ਼ਾਮ 5 ਵਜੇ ਤੱਕ ਦਿੱਤਾ ਗਿਆ। ਅਜਿਹੇ ਦੇ ਵਿੱਚ ਬਿਲਕੁਲ ਕਾਫੀ ਮੁਲਾਜ਼ਮਾਂ ਨੇ ਜੁਆਇਨ ਕੀਤਾ, ਪਰ ਹਲੇ ਵੀ ਕਰੀਬ 1000-1200 ਦੇ ਕਰੀਬ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਕਿ ਸ਼ਾਇਦ ਜੁਆਇਨ ਕਰ ਤੋਂ ਕਿਤੇ ਪਹੁੰਚ ਜਾਣਾ ਰਹੇ ਜੀ। ਪਰ ਕਿਉਂਕਿ ਕੱਲ ਸ਼ਾਮ ਤੱਕ ਦਾ ਟਾਈਮ ਸੀ ਤਾਂ ਸਿਹਤ ਮੰਤਰੀ ਦੇ ਮੁਤਾਬਕ ਉਹ ਪੂਰੇ ਡਾਟੇ ਨੂੰ ਕੰਪਾਈਲ ਕਰ ਰਹੇ ਨੇ, ਔਰ ਅੱਜ ਹੋ ਸਕਦਾ ਹੈ ਕਿ ਥੋੜੀ ਦੇਰ ਤੱਕ ਜਿਹੜਾ ਹੈਗਾ ਉਹ ਡਾਟਾ ਉਹਨਾਂ ਦੇ ਕੋਲ ਹੋਵੇ। ਉਸ ਤੋਂ ਬਾਅਦ ਤਸਵੀਰ ਸਾਫ਼ ਹੋਏਗੀ ਕਿੰਨੇ ਜੁਆਇਨ ਕਰ ਗਏ, ਕਿੰਨੇ ਜੁਆਇਨ ਕਰਨ ਵਾਲੇ ਰਹਿ ਗਏ, ਕਿੰਨੇ ਹੋਰ ਜੁਆਇਨ ਕਰਨਾ ਚਾਹੁੰਦੇ ਨੇ। ਤਾਂ ਫਿਰ ਅੱਜ ਤਸਵੀਰ ਸਾਫ਼ ਹੋਏਗੀ ਕਿ ਕੀ ਜਿਹੜੇ ਹੋਰ ਰਹਿ ਗਏ ਨੇ ਕੀ ਸਰਕਾਰ ਉਹਨਾਂ ਨੂੰ ਵੀ ਜੁਆਇਨ ਕਰਾਉਂਦੀ ਹੈ। ਕੀ ਐਸਾ ਤਾਂ ਨਹੀਂ ਕਿ ਜਿਹੜਾ ਕੱਲ ਜਲਦਬਾਜ਼ੀ ਦਾ ਫੈਸਲਾ ਸੀ ਉਸੇ ਦੇ ਨਾਲ ਗੱਲ ਨੂੰ ਨਿਬੇੜ ਦਿੱਤਾ ਜਾਵੇਗਾ ਜੀ। शुक्रिया नृपिंदर इस पूरी जानकारी के लिए। लाजमी तौर पर हम सब की नजर इस दे उत्ते है कि जिन्होंने ज्वाइन किया वो किन्ने ने या इस समय कोई हड़ताल के उत्ते ने तो कौन ने। खैर जरूर NHM मुलाजमां के सामने भी एक चुनौती होगी। इस कोरोना के काल दे विच सरकार ने पहला ही कहा सी, आदेश जारी किए सी कि जिसने हड़ताल की उस दे उत्ते एक्शन होवे। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਕਾਂਗਰਸ ਦੀ ਖਾਨਾ ਜੰਗੀ ਦਾ ਜ਼ਿਕਰ ਹੋਏਗਾ ਜਿਸ ਦਾ ਅਸਰ ਕੈਬਨਿਟ ਦੀ ਮੀਟਿੰਗ ਦੇ ਉੱਤੇ ਵੀ ਨਜ਼ਰ ਆ ਰਿਹਾ ਹੈ। ਦਰਅਸਲ ਬੁੱਧਵਾਰ ਯਾਨੀ ਕਿ ਅੱਜ ਸੱਦੀ ਗਈ ਸੀ ਕੈਬਨਿਟ ਦੀ ਮੀਟਿੰਗ, ਪਰ ਕਾਂਗਰਸ ਦੇ ਅੰਦਰ ਜਿਸ ਤਰੀਕੇ ਨਾਲ ਤਰਥੱਲੀ ਮਚੀ ਹੋਈ ਹੈ ਉਸ ਵਿਚਾਲੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਵੀਰਵਾਰ ਤੱਕ ਦੇ ਲਈ। ਅੱਜ ਹੋਣ ਵਾਲੀ ਮੀਟਿੰਗ ਟਾਲ ਦਿੱਤੀ ਗਈ ਹੈ ਕੈਬਨਿਟ ਦੀ, ਤੇ ਤੁਹਾਨੂੰ ਦੱਸ ਦਈਏ ਕਿ ਹੁਣ ਕੱਲ ਹੋਵੇਗੀ ਕੈਬਨਿਟ ਦੀ ਬੈਠਕ। ਕਈ ਮੰਤਰੀ ਜੋ ਜਾਣਕਾਰੀ ਹੈ ਕਿ ਮੁੱਖ ਮੰਤਰੀ ਤੋਂ ਕੈਪਟਨ ਤੋਂ ਨਾਰਾਜ਼ ਚੱਲ ਰਹੇ ਨੇ ਤੇ ਇਸ ਵਿਚਾਲੇ ਉਹਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਹੈ ਤੇ ਕਿਸ ਤਰੀਕੇ ਨਾਲ ਹੁਣ ਅਗਲਾ ਕਦਮ ਪੁੱਟਿਆ ਜਾਵੇ ਉਸ ਦੇ ਉੱਤੇ ਵੀ ਜਿਹੜੇ ਕੈਪਟਨ ਧੜੇ ਦੇ ਨੁਮਾਇੰਦੇ ਨੇ ਉਹਨਾਂ ਦੀ ਨਜ਼ਰ ਲਾਜ਼ਮੀ ਤੌਰ ਦੇ ਉੱਤੇ, ਤੇ ਇਸ ਕਰਕੇ ਮੀਟਿੰਗ ਕਿਹਾ ਜਾ ਰਿਹਾ ਕਿ ਇੱਕ ਦਿਨ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ। तो बड़ी खबर जरूर है कि कैबिनेट की मीटिंग तो दस दिए कि अज होनी सी उसको टालिया गया है। बहुत सारिया चर्चावां इस मीटिंग को लैके पहला ही सी कि कैबिनेट दे विच पोर्टफोलियो चेंज हो सकते हैं या कोई नवा चेहरा शामिल हो सकता। बहुत सारिया गल्लां पिछले कुछ दिनों के सुनने को मिलियां ने, हालांकि स्पष्ट तौर के उत्ते कुछ भी ਜਿਹੜੇ ਨੁਮਾਇੰਦੇ ਨੇ ਬੋਲਦੇ ਨਜ਼ਰ ਨਹੀਂ ਆਏ। ਇਸ ਕਰਕੇ ਕੈਬਨਿਟ ਦੀ ਮੀਟਿੰਗ ਦਾ ਇੰਤਜ਼ਾਰ ਤਾਂ ਲਾਜ਼ਮੀ ਤੌਰ ਤੇ ਕਰਨਾ ਹੀ ਹੋਵੇਗਾ, ਪਰ ਉਹ ਮੀਟਿੰਗ ਜਿਹੜੀ ਬੁੱਧਵਾਰ ਨੂੰ ਹੋਣੀ ਸੀ ਉਹ ਨਹੀਂ ਹੋ ਰਹੀ, ਹੁਣ ਵੀਰਵਾਰ ਨੂੰ ਹੋਵੇਗੀ। ਯਾਨੀ ਕਿ ਜਿਹੜੀ ਅੱਜ ਮੀਟਿੰਗ ਹੋਣੀ ਸੀ ਉਸ ਨੂੰ ਟਾਲ ਦਿੱਤਾ ਗਿਆ ਇੱਕ ਦਿਨ ਦੇ ਲਈ, ਉਹ ਕੱਲ ਹੋਵੇਗੀ। ਬੇਅਦਬੀ ਤੇ ਗੋਲੀकांड ਦਾ ਮੁੱਦਾ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਖੂਬ ਗੂੰਜ ਰਿਹਾ ਹੈ ਤੇ ਦੂਜੇ ਪਾਸੇ ਚੁਣੌਤੀ ਸਰਕਾਰ ਦੇ ਲਈ, ਖਾਸ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ। ਸਿੱਧਾ ਰੁਖ ਕਰਦੇ ਹਾਂ ਪੰਕਜ ਕਪਾਹੀ ਦਾ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। पंकज जानना चाहेंगे ਤੁਹਾਡੇ ਤੋਂ ਕਿ ਕੁਝ ਤੁਹਾਡੇ ਕੋਲ ਜਾਣਕਾਰੀ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਟਾਲ ਤਾਂ ਦਿੱਤਾ ਗਿਆ ਹੈ ਕਿ ਮਨਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ ਕੈਪਟਨ, ਇਸ ਕਰਕੇ ਟਾਲਿਆ ਗਿਆ ਜਾਂ ਕੀ ਵਜ੍ਹਾ ਹੈ? अगर वजह जी है नहीं दसी गई, लेकिन अज 3 बजे जी कैबिनेट की बैठक होनी सी उसनों फिलहाल हुण कल दे लई टाल दिता गया। लेकिन जो सियासी माहर कितना किते इस गल का अंदाजा लगा रहे हैं कि जिस तरीके नाल 3 मंत्री या 4 मंत्री जो वखरे धड़े बना के बैठे होण, कल असीं देखिया कि चरणजीत सिंह चन्नी तो लैके अरना चौधरी होरी जिहड़े ने वो मीटिंग जिहड़ा दलित MLA नाल कर रहे थे। उस तो पहला जिहड़ा वा गुरप्रीत कांगड़, सुखजिंदर रंधावा, चरणजीत सिंह चन्नी वो वखरे पद्धर ते मिले सीगे। और एक कैबिनेट तो पहला एक कैबिनेट होर हुई सीगी, उस दे विच सुखजिंदर रंधावा गैर हाज़र रहे सीगे। तां जिहे च कोई आपसी काटो कलेश ना वधे, इस वजह करके भी इस कैबिनेट नूं पोस्टपोन करन दा मन्निया जा रहा है। और खास तौर पे ये भी जानकारी मिल रही है कि मुख्यमंत्री टीम जिहड़ी है वो लगातार अपने मंत्रियों नूं मनाउण दी कोशिश दे विच लगे हुए ने कि जिहड़े मसले ने उसनूं टेबल ते बैठ के सुलझाना चाहिए है। और सुनील जाखड़ होरां ने कल न्यूज़ 18 ते जिक्र किया सीगा कि हर कांग्रेस के लीडर की जिहड़ी है वो उम्मीदां ते खरे उतरनगे मुख्यमंत्री कैप्टन अमरिंदर सिंह। और जो बेअदबी के मसले नूं लैके जो नाराजगी है उसनूं जल्द तो जल्द दूर करने की कोशिश होएगी। साफ सवाल की गल जिहड़ी है वो कीती जा रही थी। गौरव जी शुक्रिया पंकज, धन्यवाद साडे नाल जुड़न दे लई पूरी गलबात दे लई। तो कैबिनेट की मीटिंग टाल दिता गया है ऑफिशियल तौर के उत्ते, लाजमी तौर पर पंकज तुसीं भी जानते हो कि नहीं दस्सिया जाएगा कि इस करके मीटिंग नूं टालिया गया या खास तौर पर कि कुछ नाराजगी सी इस करके टालिया गया, पर एक क्यास जरूर लगाए जा रहे हैं जिस तरीके नाल मीटिंगां दा दौर जारी है। एक मीटिंग होंदी है जिस च रवनीत बिट्टू, रंधावा, प्रताप बाजवा,
ਚਰਨਜੀਤ ਚੰਨੀ ਇਹ ਸ਼ਾਮਲ ਹੁੰਦੇ ਨੇ, ਆਗੂ ਗੁਰਪ੍ਰੀਤ ਕਾਂਗੜੇ ਸ਼ਾਮਲ ਹੁੰਦੇ ਨੇ, ਕੈਬਨਿਟ ਮੰਤਰੀ ਨੇ ਸਾਰੇ, ਤੇ ਪ੍ਰਤਾਪ ਬਾਜਵਾ ਤਾਂ ਰਾਜ ਸਭਾ ਮੈਂਬਰ ਨੇ। ਤੇ ਦੂਜੇ ਪਾਸੇ ਦਲਿਤ ਦੇ ਮੁੱਦਿਆਂ ਦੇ ਉੱਤੇ, ਦਲਿਤ ਮੁੱਦਿਆਂ ਉੱਤੇ ਮੀਟਿੰਗ ਹੁੰਦੀ ਹੈ ਮੰਗਲਵਾਰ ਨੂੰ। ਖੈਰ ਮੀਟਿੰਗਾਂ ਦਾ ਦੌਰ ਜਾਰੀ ਹੈ, ਇਸ ਕਰਕੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ ਤੇ ਇਸ ਵਿਚਾਲੇ ਕੈਬਨਿਟ ਦੀ ਮੀਟਿੰਗ ਨੂੰ ਟਾਲ ਦਿੱਤਾ ਗਿਆ। ਇੱਥੇ ਰੁਕਣਾ ਸੀ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।